अस्सलाम वालेकुम शानी जट वी लॉग ਦੇ ਵਿੱਚ ਤੁਹਾਨੂੰ ਸਭ ਨੂੰ ਬਹੁਤ-ਬਹੁਤ ਖੁਸ਼ਾਮਦੀਦ। ਮੇਰੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਆਬਾਦ ਹੋ ਅੱਲਾਹ ਪਾਕ ਤੁਹਾਨੂੰ ਆਪਣੀ ਹਿਫਜ਼ ਅਮਾਨ ਦੇ ਵਿੱਚ ਰੱਖੇ ਆਮੀਨ। ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰੋ, ਸ਼ੇਅਰ ਕਰੋ ਤੇ ਘੰਟੀ ਦਾ ਜਿਹੜਾ ਨਿਸ਼ਾਨ ਹੈਗਾ ਉਹਨੂੰ ਦਬਾ ਦਿਓ ਤਾਂ ਕਿ ਮੇਰਾ ਵੀਲੌਗ ਜਿਹੜਾ ਨਾ बर वक्त ਤੁਹਾਡੇ ਤੱਕ ਪਹੁੰਚ ਜਾਏ। ਜਨਾਬ ਕੁਝ ਖਬਰਾਂ ਹੈਗੀਆਂ ਨੇ ਉਹਦੇ ਉੱਤੇ ਇਨਸ਼ਾ ਅੱਲਾਹ ਤਾਲਾ ਤਬਸਰਾ ਕਰਾਂਗੇ। तीन चार खबर हैगियां ने। सब तो पहली खबर तो यह वे कि जी वड्डी खबर हैगी है कि ईरान तो अमेरिका के जोड़े मुज़ाकरात हो रहे सन वो ख़त्म हो गए ने ते और दोवें टीमां जिहड़ियां ने अमेरिका दियां ते ईरान दियां वापस चली गई ने। इहदे उत्ते गल करांगे। दूसरी हैगी खबर कि सऊदी अरब तो सऊदी वज़ीर खजाना जिहड़ा सी वो भी पाकिस्तान तशरीफ लैके आए, उहदे उत्ते भी गल करांगे। फिर शहबाज शरीफ साहब ने पेट्रोल ते डीजल की कीमतों के उत्ते कमी की, ਉਹਦੇ ਉੱਤੇ भी गल करांगे। ठीक है। तो आखिरी जी गल हैगी है वो हैगी है कि ਜਿਹੜੇ ਸਾਡੇ ਮੁਲਕ ਦੇ ਅੰਦਰ ਤੇ ਮੁਲਕ ਦੇ ਬਾਹਰ ਜਿਹੜੇ ਬੈਠੇ ਹੋਏ ਨੇ ਇੰਤਸ਼ਾਰੀ ਜਿਹੜੇ ਕਿ ਨਫ਼ਰਤ ਤੇ ਜ਼ਹਿਰ ਫੈਲਾ ਰਹੇ ਨੇ ਤੇ ਉਹਨਾਂ ਦੀ ਸ਼ਿਕਸਤ ਹੋਈ ਹੈ ਤੇ ਉਹਨਾਂ ਦੇ ਉੱਤੇ ਵੀ ਜਿਹੜਾ ਨਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲੇ ਅਸੀਂ ਗੱਲ ਕਰਨੇ ਆ ਸਾਊਦੀ ਵਜ਼ੀਰ ਖਜ਼ਾਨਾ ਦੀ। सऊदी वज़ीर खजाना साहब तशरीफ लैके आए पाकिस्तान कल परसों तो वो जनाब एक यानी कि ऑफर भी लैके आए सन तो एक समझ लो कि पैकेज लैके आए सन। वो पैकेज यह सी कि जनाब ਤੁਹਾਨੂੰ ਪਤਾ ਹੈ ਕਿ UAE ਨੇ ਜਿਹੜਾ ਸੀ ਉਹ 2 ਅਰਬ ਰੁਪਇਆ ਜਿਹੜਾ ਸੀ ਰਖਵਾਇਆ ਹੋਇਆ ਸੀ ਇਮਰਾਨ ਅਹਿਮਦ ਖਾਨ ਨਿਆਜ਼ੀ ਦੇ ਜ਼ਮਾਨੇ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਸੀ ਤੇ ਇਮਰਾਨ ਖਾਨ ਗਿਆ ਸੀ ਤੇ ਉੱਥੋਂ ਜਾ ਕੇ ਤੇ ਲੈ ਕੇ ਆਇਆ ਸੀ ਤੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਇਆ ਸੀ। ਠੀਕ ਹੈ, ਐਜ਼ ਅ ਡਿਪੋਜ਼ਿਟ। ਹੁਣ ਕੀ ਹੋਇਆ ਤੁਹਾਨੂੰ ਪਤਾ ਹੈ ਕਿ UAE ਜਿਹੜਾ ਸੀ ਉਹ ਕਹਿ ਰਿਹਾ ਸੀ ਕਿ ਪਾਕਿਸਤਾਨ ਨੂੰ ਕਿ ਜੀ ਉਹ ਈਰਾਨ ਦੇ ਉੱਤੇ ਹਮਲਾ ਕਰੇ ਤੇ ਜਿਹੜਾ ਨਾ ਕਿ ਸਾਡਾ ਬਦਲਾ ਲਵੇ। ਇਸ ਤਰ੍ਹਾਂ ਦੀਆਂ ਜਿਹੜਾ ਸੀ ਨਾ ਉਹ ਪਾਕਿਸਤਾਨ ਨੂੰ ਜਿਹੜਾ ਸੀ ਪ੍ਰੈਸ਼ਰਾਈਜ਼ ਕਰ ਰਿਹਾ ਸੀ। ਪਾਕਿਸਤਾਨ ਕਿਸੇ ਵੀ ਕਿਸਮ ਦੀ ਜੰਗ ਦਾ ਹਿੱਸਾ ਨਹੀਂ ਬਣ ਰਿਹਾ ਸੀ ਤੇ ਲਿਹਾਜ਼ਾ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ ਤੇ ਲਿਹਾਜ਼ਾ UAE ਨੇ ਫਿਰ ਕਿਹਾ ਕਿ ਚਲੋ ਠੀਕ ਹੈ ਜੀ ਤੁਸੀਂ ਸਾਨੂੰ ਸਾਡੇ ਜਿਹੜੇ ਪੈਸੇ ਨੇ ਤੁਹਾਡੇ ਕੋਲੋਂ ਪੈਸੇ ਨੂੰ ਵਾਪਸ ਕਰ ਦਿਓ। ਉਹ ਸੀ ਟੋਟਲ ਸੂਦ ਪਾ ਕੇ ਉਹ ਬਣ ਗਿਆ ਜੀ $3.5 ਮਿਲੀਅਨ। ਠੀਕ ਹੈ। ਤੇ ਉਹ ਉਹਨਾਂ ਨੂੰ ਜਿਹੜਾ ਨਾ ਅਸੀਂ ਵਾਪਸ ਕਰਨਾ ਹੈਗਾ। ਦੇਖ ਲਓ ਤੁਸੀਂ ਇਹ ਇਸਲਾਮੀ ਮੁਲਕ ਹੈਗਾ ਤੇ ਸੂਦ ਵੀ ਜਿਹੜਾ ਨਾ ਉਹਨੇ ਮਾਫ ਨਹੀਂ ਕੀਤਾ ਤੇ ਸੂਦ ਸਮੇਤ ਉਹ ਲੈ ਰਿਹਾ ਤੇ 2 ਅਰਬ ਉਹਦੇ ਜਿਹੜੇ ਨੇ ਹਕੀਕੀ ਪੈਸੇ ਨੇ, ਬਾਕੀ 1.5 ਅਰਬ ਜਿਹੜਾ ਨਾ ਉਹ ਸੂਦ ਪਾ ਕੇ ਤੇ $3.5 ਮਿਲੀਅਨ ਜਿਹੜਾ ਨਾ ਉਹ ਪਾਕਿਸਤਾਨ 17 ਅਪ੍ਰੈਲ ਨੂੰ ਜਿਹੜਾ ਨਾ ਉਹ ਵਾਪਸ ਕਰ ਰਿਹਾ। ਤੇ ਲਿਹਾਜ਼ਾ ਇਸ ਚੀਜ਼ ਨੂੰ ਦੇਖਦੇ ਹੋਇਆ ਸਾਊਦੀ ਅਰਬ, ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ ਦੇ ਨਾਲ ਸਾਡਾ ਮੁਆਹਦਾ ਹੋਇਆ ਪਿਆ, ਦਫਾਈ ਮੁਆਹਦਾ ਹੈ। ਠੀਕ ਹੈ। ਤੇ ਸਾਊਦੀ ਅਰਬ ਨੇ ਕਿਹਾ ਕਿ ਜੀ ਅਸੀਂ ਇਸ ਮੁਸ਼ਕਿਲ ਦੌਰ ਦੇ ਵਿੱਚ ਪਾਕਿਸਤਾਨ ਨੂੰ ਤਨਹਾ ਨਹੀਂ ਛੱਡਾਂਗੇ ਤੇ ਪਾਕਿਸਤਾਨ ਦੀ ਹਰ ਮੁਮਕਿਨ ਮਦਦ ਕਰਾਂਗੇ। ਤੇ ਉਹ ਜਨਾਬ ਆਪਣਾ $5 ਮਿਲੀਅਨ ਦਾ ਜਿਹੜਾ ਸੀ ਨਾ ਪੈਕੇਜ ਲੈ ਕੇ ਆਇਆ ਕਿ ਜੀ ਤੁਸੀਂ ਇਹ ਆਪਣੇ ਅਕਾਊਂਟ ਦੇ ਵਿੱਚ ਰੱਖੋ। ਠੀਕ ਹੈ। ਤੇ ਤੁਸੀਂ ਘਬਰਾਉਣਾ ਨਹੀਂ ਤੇ ਪਰੇਸ਼ਾਨ ਨਹੀਂ ਹੋਣਾ, ਅਸੀਂ ਤੁਹਾਡੇ ਨਾਲ ਖੜੇ ਹੈਗੇ ਹਾਂ। ਠੀਕ ਹੈ। ਤੇ ਸਿਰਫ ਸਾਊਦੀ ਅਰਬ ਇਕੱਲਾ ਨਹੀਂ ਹੈਗਾ, ਨਾਲ ਕਤਰ ਵੀ ਹੈਗਾ ਜੇ। ਕਤਰ ਨੇ ਵੀ 1.5 ਅਰਬ ਜਿਹੜਾ ਹੈਗਾ ਨਾ ਉਹ ਪਾਕਿਸਤਾਨ ਨੂੰ ਦਿੱਤਾ। $3.5 ਮਿਲੀਅਨ ਸਾਊਦੀ ਅਰਬ ਵੱਲੋਂ ਤੇ $1.5 ਮਿਲੀਅਨ ਜਿਹੜਾ ਕਤਰ ਵੱਲੋਂ ਆ ਕੇ ਤੇ ਟੋਟਲ ਬਣ ਗਏ ਨੇ $5 ਅਰਬ ਜਿਹੜੇ ਕਿ ਪਾਕਿਸਤਾਨ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋਣ ਜਾ ਰਹੇ ਨੇ। ਇਹ ਇਨਸ਼ਾ ਅੱਲਾਹ ਤਾਲਾ 1-2 ਦਿਨਾਂ ਦੇ ਵਿੱਚ ਆ ਜਾਣਗੇ। ਜਿਉਂ ਹੀ ਅਸੀਂ UAE ਨੂੰ ਅਸੀਂ ਉਹਨਾਂ ਦੇ ਪੈਸੇ ਵਾਪਸ ਕਰਾਂਗੇ ਤੇ ਇਹ ਜਿਹੜੇ ਨੇ ਨਾ $5 ਅਰਬ ਜਿਹੜੇ ਨੇ ਨਾ ਇਹ ਪਾਕਿਸਤਾਨ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਜਾਣਗੇ ਇਨਸ਼ਾ ਅੱਲਾਹ ਤਾਲਾ। ਤੇ ਲਿਹਾਜ਼ਾ ਤੁਸੀਂ ਇਹ ਮਤ ਸਮਝਣਾ ਕਿ UAE ਨੇ ਜਿਹੜਾ ਨਾ ਕਿ ਉਹ ਸਾਡੇ ਨਾਲ ਧੋਖਾ ਕੀਤਾ। ਦੇਖੋ ਜਦੋਂ ਮੁਸ਼ਕਿਲ ਕੰਮ ਹੈਗਾ ਸੀ, ਮੁਸ਼ਕਿਲ ਵਕਤ ਪਾਕਿਸਤਾਨ ਸੀ ਤੇ UAE ਨੇ ਸਾਡੀ ਮਦਦ ਕਰ ਦਿੱਤੀ। ਠੀਕ ਹੈ, ਚਲੋ ਇਹ ਵੀ ਉਹਨਾਂ ਦਾ ਅਹਿਸਾਨ ਹੈਗਾ। ਲੇਕਿਨ ਤੁਸੀਂ ਇਹ ਵੀ ਦੇਖੋ ਕਿ ਕਿੰਨਾ ਹੀ ਲੱਖ ਪਾਕਿਸਤਾਨੀ ਜਿਹੜਾ ਨਾ UAE ਦੇ ਵਿੱਚ ਕੰਮ ਕਰ ਰਹੇ। ਹਾਲੇ ਤੱਕ ਉਹਨਾਂ ਨੇ ਇਹ ਨਹੀਂ ਧਮਕੀ ਲਿਆ ਕਿ ਅਸੀਂ ਇਹ ਪਾਕਿਸਤਾਨੀ ਵੀ ਵਾਪਸ ਭੇਜ ਦੇਣਾ ਤੇ ਜੇ ਉਹ ਚਾਹਣ ਤਾਂ ਇਹ ਵੀ ਕਰ ਸਕਦੇ ਨੇ। ਲੇਕਿਨ ਮਿਹਰਬਾਨੀ ਕਿ ਉਹਨਾਂ ਨੇ ਹਾਲੇ ਤੱਕ ਇਹ ਕਦਮ ਨਹੀਂ ਉਠਾਇਆ, ਹਾਲੇ ਉਹਨਾਂ ਨੇ ਸਿਰਫ ਪੈਸੇ ਹੀ ਮੰਗੇ ਨੇ। ਤੇ ਜਿਹੜਾ 17 ਅਪ੍ਰੈਲ ਨੂੰ ਪਾਕਿਸਤਾਨ ਉਹਨਾਂ ਦੇ $3.5 ਮਿਲੀਅਨ ਵਾਪਸ ਕਰ ਦੇਗਾ। ਤੇ ਇਹ ਪਾਕਿਸਤਾਨ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਜੀ $5 ਮਿਲੀਅਨ ਜਿਹੜਾ ਨਾ ਸਾਊਦੀ ਅਰਬ ਤੇ ਕਤਰ ਪਾਕਿਸਤਾਨ ਦੇ ਕੌਮੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਰਿਹਾ। ਦੂਸਰੀ ਖਬਰ, ਸ਼ਹਬਾਜ਼ ਸ਼ਰੀਫ ਸਾਹਿਬ ਨੇ ਪੈਟਰੋਲ ਦੀ ਕੀਮਤ ਤੇ ਡੀਜ਼ਲ ਦੀ ਕੀਮਤ ਦੇ ਵਿੱਚ ਨੁਮਾਇਆ ਕਮੀ ਕੀਤੀ ਹੈ। ਪੈਟਰੋਲ ਦੀ ਕੀਮਤ ਦੇ ਵਿੱਚ 12 ਰੁਪਏ ਤੇ ਡੀਜ਼ਲ ਦੀ ਕੀਮਤ ਦੇ ਵਿੱਚ 135 ਰੁਪਏ ਦੀ ਕਮੀ ਕਰ ਦਿੱਤੀ ਹੈ। ਠੀਕ ਹੈ। ਤੇ ਹੁਣ ਜਿਹੜੀ ਮੌਜੂਦਾ ਹੁਣ ਕੀਮਤ ਹੈਗੀ ਹੈ
ਉਹ ਤੁਸੀਂ ਸਮਝ ਲਓ ਕਿ ਜੀ 366 ਰੁਪਏ ਪੈਟਰੋਲ ਹੈ ਤੇ ਡੀਜ਼ਲ ਵੀ ਜਿਹੜਾ ਨਾ ਉਹ ਵੀ ਮੇਰਾ ਖਿਆਲ ਕੁਛ ਅੱਗੇ ਪਿੱਛੇ ਹੀ ਕੀਮਤ ਹੈਗੀ ਹੈ। ਲੇਕਿਨ ਪੈਟਰੋਲ, ਕਿਉਂਕਿ ਤੁਹਾਨੂੰ ਪਤਾ ਪੈਟਰੋਲ ਜ਼ਿਆਦਾ ਮਸ਼ਹੂਰ ਹੈ ਤੇ ਲਿਆਦਾ ਉਹਦੀ ਕੀਮਤਾਂ ਜਿਹੜੀਆਂ ਨੇ ਲੋਕੀ ਜ਼ਿਆਦਾ ਮਾਲੂਮਾਤ ਰੱਖਦੇ ਨੇ ਕਿ ਉਹਦੀ ਕੀਮਤ ਉੱਤੇ ਥੱਲੇ ਕਿੰਨੀ ਹੋਈ ਹੈ। ਤੇ ਲਿਆਦਾ ਪੈਟਰੋਲ ਦੀ ਇਸ ਟਾਈਮ ਕੀਮਤ 366 ਰੁਪਏ ਹੋ ਗਈ ਹੈ ਤੇ ਡੀਜ਼ਲ ਦੀ ਵੀ ਅੱਗੇ ਪਿੱਛੇ ਹੈਗੀ ਹੈ। ਤੇ ਆ ਜਾਂਦੇ ਹਾਂ ਹੁਣ ਜਨਾਬ ਅਸੀਂ ਆਪਣੀ ਤੀਸਰੀ ਖਬਰ, ਤੀਸਰੀ ਜਿਹੜੀ ਮੈਗਾ ਜਿਹੜੀ ਨਿਊਜ਼ ਹੈਗੀ ਹੈ, ਵੱਡੀ ਖਬਰ, ਉਹ ਵੇ ਈਰਾਨ ਤੇ ਅਮਰੀਕਾ ਦੇ ਮੁਜ਼ਾਕਰਾਤ। ਜਨਾਬ ਈਰਾਨ ਤੇ ਅਮਰੀਕਾ ਦੇ ਜਿਹੜੇ ਮੁਜ਼ਾਕਰਾਤ ਸਨ, ਠੀਕ ਹੈ, ਉਹ ਨਾ ਤੇ ਖਤਮ ਹੋਏ ਨੇ ਤੇ ਨਾ ਹੀ ਜਿਹੜਾ ਨਾ ਕਿ ਉਹ ਯਾਨੀ ਕਿ ਤੁਸੀਂ ਸਮਝ ਲਓ ਕਿ ਬਿਲਕੁਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਜੀ ਹੁਣ ਅਸੀਂ ਇਹਦੇ ਉੱਤੇ ਗੱਲ ਨਹੀਂ ਕਰਨੀ, ਨਾ ਇਹਨਾਂ ਦੀਆਂ ਨਾਲ ਮੁਲਾਕਾਤ ਕਰਨੀ ਹੈ। ਹੁਣ ਸ਼ੁਰੂ ਤੋਂ ਮੈਂ ਤੁਹਾਨੂੰ ਇਹਦੇ ਬਾਰੇ 'ਚ ਡਿਸਕਸ ਕਰਨਾ। ਪਹਿਲੇ ਤੇ ਤੁਸੀਂ ਇਹ ਦੇਖੋ ਕਿ ਉਹ ਲੋਕ ਜਿਹੜੇ ਪਾਕਿਸਤਾਨ ਦੇ ਬਾਰੇ 'ਚ ਗਲਤ ਗੱਲਾਂ ਕਰ ਰਹੇ ਸਨ, ਪਾਕਿਸਤਾਨ ਨੂੰ ਕਹਿ ਰਹੇ ਸਨ ਕਿ ਜੀ ਕਿ ਇਹ ਮੀਡੀਏਟਰ ਨਹੀਂ ਹੈਗਾ, ਫੈਸਿਲੀਟੇਟਰ ਹੈਗਾ, ਠੀਕ ਹੈ, ਤੇ ਇਹ ਸਿਰਫ ਇਹੀ ਟੇਬਲ ਕੁਰਸੀ ਵਗੈਰਾ ਤੇ ਪਾਣੀ ਸ਼ਾਣੀ ਤੇ ਜੱਗ ਗਲਾਸ ਚਾਹ ਕੱਪ ਵਗੈਰਾ ਇਹੀ ਚੀਜ਼ਾਂ ਰੱਖੇਗਾ, ਬਾਕੀ ਹੋਰ ਕੰਮ ਕੋਈ ਨਹੀਂ ਹੈ। ਲੇਕਿਨ ਨਹੀਂ, ਪਾਕਿਸਤਾਨ ਮੀਡੀਏਟਰ ਹੈਗਾ ਸੀ, ਦੋਵਾਂ ਪਾਰਟੀਆਂ ਦੇ ਦਰਮਿਆਨ ਮੌਜੂਦ ਸੀ ਤੇ ਦੋਵਾਂ ਪਾਰਟੀਆਂ ਦੇ ਦਰਮਿਆਨ ਬੈਠ ਕੇ ਸਾਲਸੀ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਤੇ ਪੂਰੀ ਦੁਨੀਆ ਨੇ ਉਹਦੀ ਤਾਰੀਫ ਕੀਤੀ ਹੈ। ਤੇ ਜਿਹੜਾ JD ਵੈਂਸ ਹੈਗਾ ਸੀ ਨਾਇਬ ਸਦਰ ਅਮਰੀਕਾ ਦਾ, ਉਹਨੇ ਬਕਾਇਦਾ ਤਾਰੀਫ ਕੀਤੀ ਹੈ ਫੀਲਡ ਮਾਰਸ਼ਲ ਸਾਹਿਬ ਦੀ, ਸ਼ਬਾਜ਼ ਸ਼ਰੀਫ ਸਾਹਿਬ ਦੀ ਤੇ ਅਸਾਗਡਰ ਸਾਹਿਬ ਦੀ, ਕਿ ਲੋ ਜੀ ਕਿ ਇਹਨਾਂ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਾਡੇ ਮੁਜ਼ਾਕਰਾਤ ਕਿਸੇ ਤਰੀਕੇ ਨਾਲ ਅੱਛੇ ਹੋ ਜਾਣ। ਪਹਿਲੇ ਜਿਹੜੇ ਇਹ ਇੰਤਸ਼ਾਰੀ ਟੋਲਾ ਸੀ ਇਹ ਕਹਿੰਦਾ ਸੀ ਕਿ ਜੀ ਕਿ ਇਹ ਫੈਸਿਲੀਟੇਟਰ ਨੇ, ਲੇਕਿਨ ਵਕਤ ਨੇ ਦੱਸਿਆ ਕਿ ਉਹ ਮੀਡੀਏਟਰ ਸਨ। ਫਿਰ ਇਹਨਾਂ ਨੇ ਕਿਹਾ ਜੀ ਕਿ ਉਹ ਤੇ ਆਉਣਗੇ ਹੀ ਨਹੀਂ। ਅੱਛਾ, ਇੰਡੀਆ ਦੇ ਤੁਸੀਂ ਨਿਊਜ਼ ਵਗੈਰਾ ਚੈੱਕ ਕਰੋ ਨਾ, ਇੰਡੀਆ ਤੇ ਉੱਥੇ ਪੂਰਾ TV ਜਿਹੜਾ ਨਾ ਉਹਨਾਂ ਦਾ ਨਿਊਜ਼ ਚੈਨਲ ਉਹ ਇਹੀ ਗੁੰਮਰਾਹੀ ਫੈਲਾਉਂਦਾ ਰਿਹਾ ਕਿ ਜੋ ਜੀ JD ਵੈਂਸ ਵਾਪਸ ਚਲਾ ਗਿਆ, ਉਹ ਨਹੀਂ ਆ ਰਿਹਾ ਤੇ ਕੋਈ ਵੀ ਨਹੀਂ ਆ ਰਿਹਾ ਤੇ ਪਾਕਿਸਤਾਨ ਤੇ ਉਹਦੇ ਇਸ ਮੈਸੇਜ ਨੂੰ ਕਿੰਨੇ ਫੜਿਆ? PTI ਨੇ, ਇਹ ਜਿਹੜੇ ਆਪਣੇ ਇੰਤਸ਼ਾਰੀ ਟੋਲਾ ਨੇ, ਠੀਕ ਹੈ, ਇਹ UTA ਨੇ। ਇਹਨਾਂ ਨੇ ਜਨਾਬ ਇਹਨੂੰ ਇੰਨਾ ਢਗਲਾ ਲਾਇਆ, ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ। ਲੇਕਿਨ ਫਿਰ ਅੱਲਾਹ ਤਾਲਾ ਨੇ ਪਾਕਿਸਤਾਨ ਨੂੰ ਸਰਖਰੂ ਕੀਤਾ ਕਿ ਅਮਰੀਕਾ ਵੀ ਆਇਆ ਤੇ ਈਰਾਨ ਵੀ ਆਇਆ ਤੇ ਉਹਨਾਂ ਨੇ ਆ ਕੇ ਤੇ ਪਾਕਿਸਤਾਨ ਨੂੰ ਇੱਜ਼ਤ ਬਖਸ਼ੀ। ਪਾਕਿਸਤਾਨ ਨੇ ਮੇਜ਼ਬਾਨੀ ਦਾ ਆਪਣੇ ਜਿਹੜਾ ਫਰਜ਼ ਸੀ ਉਹ ਪੂਰਾ ਕੀਤਾ, ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਤੇ ਜਨਾਬ ਅੱਜ ਹੀ ਸੁਬਾਹ ਜਿਹੜਾ ਸੀ ਦੋਵੇਂ ਪਾਰਟੀਆਂ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਚਲੀ ਗਈਆਂ ਨੇ। ਜਨਾਬ JD ਵੈਂਸ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਆਫਰ ਦੇ ਦਿੱਤੀ ਹੈ, ਸ਼ਰਤਾਂ ਆਪਣੀਆਂ ਰੱਖ ਦਿੱਤੀਆਂ, ਸਾਡੀਆਂ ਕੁਝ ਰੈੱਡ ਲਾਈਨਸ ਹੈਗੀਆਂ ਨੇ, ਉਹ ਅਸੀਂ ਅਬੂਰ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਚਾਹੁੰਦੇ ਕਿ ਕੋਈ ਅਬੂਰ ਕਰੇ। ਤੇ ਲਿਹਾਜ਼ਾ ਇਹ ਡੀਲ ਹਲੇ ਆਫਰ ਹੈ ਖੁੱਲੀ ਹੈ, ਠੀਕ ਹੈ, ਤੇ ਮੁਜ਼ਾਕਰਾਤ ਜਿਹੜੇ ਨੇ ਨਾਕਾਮ ਨਹੀਂ ਹੋਏ। ਇਹ ਉਹਨੇ ਕਿਹਾ ਕਿ ਜੀ ਅਸੀਂ ਮਜ਼ੀਦ ਇਹਦੇ ਉੱਤੇ ਗੱਲ ਨਹੀਂ ਕਰਾਂਗੇ, ਲੇਕਿਨ ਇਹ ਕਿ ਜਦੋਂ ਵਕਤ ਆਏਗਾ ਤੇ ਇਹਦੇ ਉੱਤੇ ਮਜ਼ੀਦ ਅਸੀਂ ਦੇਖਾਂਗੇ ਕਿ ਮਜ਼ੀਦ ਹੋਰ ਅਸੀਂ ਕੀ ਕਰ ਸਕਦੇ ਹਾਂ। ਲਿਹਾਜ਼ਾ ਜੰਗਬੰਦੀ ਜਿਹੜੀ ਹੈ ਨਾ, ਸੀਜ਼ ਫਾਇਰ, ਉਹ ਹਲੇ ਕਾਇਮ ਦਾਇਮ ਹੈਗਾ ਤੇ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਕਿ ਹਾਂ ਬਈ ਕਿ ਸੀਜ਼ ਫਾਇਰ ਖਤਮ ਕਰ ਰਹੇ ਆ ਕਿ ਨਹੀਂ ਕਰ ਰਹੇ, ਲੇਕਿਨ ਸੀਜ਼ ਫਾਇਰ ਕਾਇਮ ਹੈਗਾ। ਐਸੇ ਦੌਰਾਨ ਹੀ ਇਜ਼ਰਾਈਲ ਤੁਸੀਂ ਦੇਖੋ ਕਿ ਆਪਣੀ ਹੱਟ ਡਰਮੀ ਦੇ ਉੱਤੇ ਕਾਇਮ ਹੈਗਾ ਤੇ ਉਹ ਉੱਥੇ ਲਬਨਾਨ ਦੇ ਉੱਤੇ ਜਿਹੜਾ ਨਾ ਉਹ ਹਮਲੇ ਕਰੀ ਜਾ ਰਹੇ ਹੈ ਤੇ ਕਈ 100 ਜਿਹੜੇ ਨੇ ਨਾ ਉਹਨੇ ਮਾਸੂਮ ਤੇ ਮਜ਼ਲੂਮ ਜਿਹੜੇ ਸਨ ਮੁਸਲਮਾਨ ਸ਼ਹੀਦ ਕਰ ਦਿੱਤੇ, ਬੱਚੀਆਂ ਸਮੇਤ, ਠੀਕ ਹੈ, ਲੇਕਿਨ ਕੋਈ ਪੁੱਛਣ ਵਾਲਾ ਨਹੀਂ, ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਠੀਕ ਹੈ। ਤੇ ਉਹ ਈਰਾਨ ਦੀ ਸ਼ਰਤ ਇਹੀ ਸੀ ਕਿ ਜੀ ਕਿ ਸਾਡੇ ਇਸ ਸਾਲ ਜਿਹੜੀ ਮੁਜ਼ਾਕਰਾਤ ਹੋ ਰਹੇ ਨੇ ਇਹਦੇ ਵਿੱਚ ਲਬਨਾਨ ਵੀ ਵਿੱਚ ਪਾਇਆ, ਲੇਕਿਨ ਅਮਰੀਕਾ ਨੇ ਕਿਹਾ ਕਿ ਨਹੀਂ ਜੀ ਲਬਨਾਨ ਦਾ ਤੇ ਕੋਈ ਲੈਣਾ ਦੇਣਾ ਨਹੀਂ ਹੈ। ਤੇ ਐਸੇ ਕੋਲੋਂ ਈਰਾਨ ਨੇ ਇਹ ਮੁਜ਼ਾਕਰਾਤ ਐਸੇ ਕੋਲੋਂ ਅਧੂਰੇ ਛੱਡ ਦਿੱਤੇ ਕਿ ਜੀ ਜਦੋਂ ਤੁਸੀਂ ਲਬਨਾਨ ਨੂੰ ਹੀ ਨਹੀਂ ਵਿੱਚ ਪਾ ਰਹੇ ਹੋ ਤੇ ਫਿਰ ਇਹ ਮੁਜ਼ਾਕਰਾਤ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੈ ਲਬਨਾਨ ਦਾ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਤੇ ਹਿਜ਼ਬੁੱਲਾ ਹੈਗਾ ਜਿਹੜਾ ਹਮਲੇ ਕਰ ਰਹੇ ਤੇ ਉਹ ਹਿਜ਼ਬੁੱਲਾ ਨੂੰ ਟਾਰਗੇਟ ਨਹੀਂ ਕਰ ਰਹੇ, ਉਹ ਕਰ ਰਹੇ ਨੇ ਮਾਸੂਮ ਸ਼ਹਿਰੀਆਂ ਨੂੰ, ਠੀਕ ਹੈ। ਤੇ ਈਰਾਨ ਦਾ ਮੌਕਫ ਸੀ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਮਾਸੂਮ ਸ਼ਹਿਰੀ ਮਾਰੇ ਨੇ ਤੇ ਉਸੇ ਤਰ੍ਹਾਂ ਤੁਸੀਂ ਲਬਨਾਨ ਦੇ ਵਿੱਚ ਮਾਸੂਮ ਸ਼ਹਿਰੀ ਮਾਰ ਦਿਓ ਤੇ ਇਸ ਤੋਂ ਬਾਅਦ ਆ ਜਾਓ। ਲੇਕਿਨ ਉਹਨਾਂ ਨੇ ਜਿਹੜਾ ਨਾ ਕਿ ਲਬਨਾਨ ਨੂੰ ਜਿਹੜਾ ਸੀ ਨਾ ਇਹਨਾਂ ਮੁਜ਼ਾਕਰਾਤ ਦੇ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ। ਬਹਰਹਾਲ ਹੁਣ ਉਹ ਵਾਪਸ ਚਲਾ ਗਿਆ JD ਵੈਂਸ, ਉਹਨੂੰ ਬਕਾਇਦਾ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਉਹਨੂੰ ਦੱਸਿਆ ਵੀ ਕਿ ਬਈ ਤੂੰ ਇੱਕ ਦਿਨ ਹੋਰ ਠਹਿਰ, ਲੇਕਿਨ ਉਹਨੇ ਕਿਹਾ ਕਿ ਜੀ ਮੈਨੂੰ ਹੋਰ ਬੜੇ ਕੰਮ ਨੇ ਤੇ ਮੈਂ ਜਾਣਾ ਤੇ ਮੈਂ ਰਿਪੋਰਟ ਕਰਨੀ ਹੈ ਤੇ ਫਲਾਣਾ ਢਮਕਾਣਾ, ਤੇ ਜੇ ਮੁਨਾਸਿਬ ਹੋਏਗਾ ਤੇ ਅਸੀਂ ਫਿਰ ਦੁਬਾਰਾ ਆ ਜਾਵਾਂਗੇ। ਇੱਕ ਗੱਲ ਮੇਰੀ ਯਾਦ ਰੱਖੋ ਕਿ ਇਹ ਮੁਜ਼ਾਕਰਾਤ ਜੇ ਦੁਬਾਰਾ ਸ਼ੁਰੂ ਹੋਣਗੇ ਨਾ ਤੇ ਇੱਥੇ ਹੀ ਹੋਣਗੇ, ਪਾਕਿਸਤਾਨ ਦੀ ਸਰਜ਼ਮੀਨ 'ਚ ਹੋਣਗੇ ਤੇ ਕੈਪੀਟਲ
ਇਸਲਾਮਾਬਾਦ ਦੇ ਵਿੱਚ ਹੀ ਹੋਣਗੇ, ਇਸ ਤੋਂ ਇਲਾਵਾ ਕਿੱਥੇ ਵੀ ਨਹੀਂ ਹੋਣਗੇ। ਇਹ ਗੱਲ ਮੇਰੀ ਤੁਸੀਂ ਲਿਖ ਲਓ। ਨਾ ਫਰਾਂਸ ਵਿੱਚ ਹੋਣਗੇ, ਨਾ ਕੈਨੇਡਾ ਦੇ ਵਿੱਚ ਹੋਣਗੇ, ਨਾ ਮਿਡਲ ਈਸਟ, ਕਿੱਥੇ ਵੀ ਨਹੀਂ ਹੋਣਗੇ, ਕਿਉਂਕਿ ਈਰਾਨ ਪੂਰੀ ਦੁਨੀਆ ਦੇ ਵਿੱਚ ਜੇ ਕਿਸੇ ਦੇ ਉੱਤੇ ਟਰਸਟ ਕਰਦਾ ਨਾ, ਉਹ ਕਰਦਾ ਹੈ ਪਾਕਿਸਤਾਨ ਦੇ ਉੱਤੇ। ਠੀਕ ਹੈ, ਤੇ ਜਨਾਬ ਬਸ ਇਹੀ ਤੁਹਾਨੂੰ ਦੱਸਣਾ ਸੀ ਕਿ ਟੀਮਾਂ ਆਈਆਂ ਨੇ ਦੋਵੇਂ ਹੀ, ਅਮਰੀਕਾ ਤੋਂ ਈਰਾਨ ਤੋਂ ਆਈਆਂ, ਮੁਜ਼ਾਕਰਾਤ ਕੀਤੇ, 21 ਘੰਟੇ ਬੈਠੇ, ਲੇਕਿਨ ਜਿਹੜਾ ਸੀ ਕੋਈ ਖਾਤਰ ਖੁਆਹ ਨਤੀਜਾ ਨਹੀਂ ਨਿਕਲਿਆ ਤੇ ਅਧੂਰੇ ਛੱਡ ਕੇ ਤੇ ਦੋਵੇਂ ਟੀਮਾਂ ਵਾਪਸ ਚਲੀ ਗਈਆਂ ਨੇ। ਇੱਥੇ ਮੈਂ ਹੁਣ ਇੱਕ ਖਬਰ ਹੋਰ ਐਡ ਕਰਨੀ ਹੈ, ਇਹ ਵੀ ਸੁਣੋ। ਇਹ ਇਹ ਕਿ ਪਾਕਿਸਤਾਨ ਦੇ ਜਿਹੜੇ ਜੈਟ ਤਿਆਰੇ ਨੇ ਨਾ, JF-10, ਉਹ ਜਨਾਬ ਪਹੁੰਚ ਗਏ ਨੇ ਸਾਊਦੀ ਅਰਬ। ਅੱਛਾ, ਸਾਊਦੀ ਅਰਬ ਦੇ ਨਾਲ ਤੁਹਾਨੂੰ ਪਤਾ ਸਾਡਾ ਦਫਾਈ ਮੁਆਹਦਾ ਹੋਇਆ, ਠੀਕ ਹੈ, ਤੇ ਪਾਕਿਸਤਾਨ ਉੱਥੇ ਆਪਣੇ ਅੱਡੇ ਬਣਾ ਰਿਹਾ ਸੀ, ਫਜ਼ਾਈ ਅੱਡੇ ਬਣਾ ਰਿਹਾ ਸੀ। ਤੇ ਅਲਹਮਦੁਲਿਲਾ ਜਿਹੜੀ ਹੁਣ ਮੇਰੇ ਕੋਲ ਹਾਲੀਆ ਜਿਹੜੀ ਖਬਰ ਆਈ ਉਹਦੇ ਮੁਤਾਬਿਕ ਪਾਕਿਸਤਾਨ ਨੇ ਅੱਡੇ ਬਣਾ ਲਏ ਨੇ ਤੇ ਉਹ ਹੁਣ ਉੱਥੇ ਜਾ ਕੇ ਉਹਨਾਂ ਨੇ ਆਪਣੀਆਂ ਪੋਜੀਸ਼ਨਾਂ ਸੰਭਾਲ ਲਈਆਂ ਨੇ। ਤੇ ਹੁਣ ਕਿਹਾ ਜਾ ਰਿਹਾ ਹੈ ਕਿ ਜੀ ਪਾਕਿਸਤਾਨ ਨੇ ਹੁਣ ਦੋ ਟੋਕ ਜਿਹੜਾ ਨਾ ਪੈਗਾਮ ਦੇ ਦਿੱਤਾ ਸਭ ਨੂੰ ਕਿ ਜਿਹਨੇ ਹੁਣ ਸਾਊਦੀ ਅਰਬ ਵੱਲ ਨਜ਼ਰ ਪਾਉਣ ਦੀ ਕੋਸ਼ਿਸ਼ ਕੀਤੀ, ਮੈਲੀ ਨਜ਼ਰ ਵੇਖੀ ਜਾਂ ਕੋਈ ਵੀ ਕੁਝ ਕੀਤਾ, ਤੇ ਫਿਰ ਉਹਦਾ ਜਵਾਬ ਹੁਣ ਅਸੀਂ ਟਿਕਾ ਕੇ ਦੇਣਾ। ਇਹ ਜਵਾਬ ਸਮਝ ਲਓ ਕਿ ਈਰਾਨ ਨੂੰ ਵੀ ਹੈ ਤੇ ਇਹ ਇਜ਼ਰਾਈਲ ਨੂੰ ਵੀ ਹੈਗਾ। ਤੇ ਜਿਹੜਾ ਸਾਊਦੀ ਅਰਬ ਦੇ ਉੱਤੇ ਮੈਲੀ ਨਿਗਾਹ ਪਾਏਗਾ ਤੇ ਫਿਰ ਪਾਕਿਸਤਾਨ ਉਹਦਾ ਡਟ ਕੇ ਜਵਾਬ ਦੇਗਾ ਤੇ ਮੂੰਹ ਤੋੜ ਜਵਾਬ ਦੇਗਾ ਇਨਸ਼ਾ ਅੱਲਾਹ ਤਾਲਾ। ਤੇ ਪਾਕਿਸਤਾਨ ਦੇ ਜਿਹੜੇ ਸਨ ਫੌਜੀ ਉਹ ਵੀ ਉੱਥੇ ਪਹੁੰਚ ਗਏ ਨੇ, ਤੇ ਪਾਕਿਸਤਾਨ ਦੇ ਜਿਹੜੇ ਲੜਾਕਾ ਤਿਆਰੇ ਨੇ ਜੈਟ ਉਹ ਵੀ ਉੱਥੇ ਪਹੁੰਚ ਗਏ ਨੇ। ਤੇ ਉਹ ਜਨਾਬ ਕਿਹਾ ਜਾ ਰਿਹਾ ਕਿ ਉਹ 24 ਘੰਟੇ ਜਿਹੜੇ ਨੇ ਨਾ ਉਹ ਫਜ਼ਾ ਦੇ ਵਿੱਚ ਰਹਿਣਗੇ। ਠੀਕ ਹੈ, ਇਹ ਜਿੰਨੀ ਦੇਰ ਤੱਕ ਇਹ ਈਰਾਨ ਤੇ ਅਮਰੀਕਾ ਦਾ ਮਾਮਲਾ ਹੱਲ ਨਹੀਂ ਹੋ ਜਾਂਦਾ, ਇਤਨਾ ਦਾ ਹੱਲ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਸਾਊਦੀ ਫਜ਼ਾਈ ਦੇ ਵਿੱਚ ਜਿਹੜੇ ਨੇ ਨਾ ਇਹ ਪਾਕਿਸਤਾਨ ਦੇ ਜੈਟ ਤਿਆਰੇ ਦੇ ਰਹੇ ਨੇ ਉਹ ਉੜਦੇ ਰਹਿਣਗੇ ਇਨਸ਼ਾ ਅੱਲਾਹ ਤਾਲਾ, ਤੇ ਸਾਊਦੀ ਅਰਬ ਦੀ ਹਿਫਾਜ਼ਤ ਕਰਨਗੇ। ਅੱਛਾ, ਹੁਣ ਆਖਰੀ ਖਬਰ ਕਿ ਜਿਹੜਾ ਇੰਤਸ਼ਾਰੀ ਟੋਲਾ ਜਿਹਨੂੰ ਅਸੀਂ ਕਹਿੰਦੇ ਹਾਂ ਇਮਰਾਨ ਖਾਨ ਲਵਰ ਯੂਥੀਏ ਕਹਿੰਦੇ ਹਾਂ ਜੀ, ਠੀਕ ਹੈ, ਇਹਨਾਂ ਨੇ ਜਨਾਬ ਜੋ ਪ੍ਰੋਪਾਗੈਂਡਾ ਕੀਤਾ, ਖਾਸ ਤੌਰ 'ਤੇ ਉਹ ਭਗੌਰੇ ਜਿਹੜੇ ਸਨ ਯੂਟਿਊਬਰ ਜ਼ੇਨੀ ਮਰੀਜ਼, ਜਿਹਦੇ ਵਿੱਚ ਆਫਤਾਬ ਇਕਬਾਲ, ਸ਼ਹਬਾਜ਼ ਗਿੱਲ, ਮੋਈਦ ਪੀਰਜ਼ਾਦਾ, ਸਾਬਰ ਸ਼ਾਕਰ, ਕਾਸਿਮ ਸੂਰੀ, ਠੀਕ ਹੈ, ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਸਨ, ਇਹਨਾਂ ਨੇ ਜੋ ਪ੍ਰੋਪਾਗੈਂਡਾ ਕੀਤਾ ਹੈ ਤੇ ਜੋ ਇਹਨਾਂ ਨੇ ਗੁੰਮਰਾਹੀ ਫੈਲਾਈ ਹੈ, ਜ਼ਹਿਰ ਘੋਲੇ, ਉਹ ਸਾਰੀ ਅੱਲਾਹ ਤਾਲਾ ਨੇ ਇਹਨਾਂ 'ਤੇ ਪੁੱਠੀ ਪਾ ਦਿੱਤੀ। ਠੀਕ ਹੈ, ਇਹਨਾਂ ਨੇ ਕਿਹਾ ਸੀ ਕਿ ਜੀ ਪਾਕਿਸਤਾਨ ਤੇ ਕੋਈ ਕੁਛ ਵੇਚ ਰਿਹਾ ਹੀ ਨਹੀਂ ਹੈਗਾ, ਤੇ ਇਹ ਦੇਖੋ ਇਹ ਪਾਕਿਸਤਾਨੀ ਆਪਣੇ ਆਪ ਨੂੰ ਕਲਾਉਂਦੇ ਨੇ, ਤੇ ਦੇਖੋ ਪਾਕਿਸਤਾਨ ਦੀ ਬਾਰੇ 'ਚ ਕਿਸ ਨਾਲ ਗੱਲ ਕਰ ਰਹੇ ਨੇ। ਹਾਲਾਂਕਿ ਜਿਹੜਾ ਆਮ ਪਾਕਿਸਤਾਨੀ ਹੈ ਨਾ ਉਹ ਫਖਰ ਮਹਿਸੂਸ ਕਰ ਰਿਹਾ ਤੇ ਭੰਗੜੇ ਪਾ ਰਿਹਾ ਕਿ ਲੋ ਜੀ ਕਿ ਅੱਲਾਹ ਤਾਲਾ ਨੇ ਸਾਨੂੰ ਦਿੱਤੀ, ਲੇਕਿਨ ਇਹ ਉਹ ਲੋਕ, ਇਹ ਉਹ ਬਗੈਰਤ ਲੋਕ ਨੇ ਜਿਹੜੇ ਡਾਲਰਾਂ ਪਿੱਛੇ ਜਿਨ੍ਹਾਂ ਨੇ ਆਪਣਾ ਈਮਾਨ ਵੇਚ ਦਿੱਤਾ ਹੈ, ਆਪਣੀ ਸ਼ਨਾਖਤ ਵੇਚ ਦਿੱਤੀ, ਆਪਣੀ ਕੌਮੀਅਤ ਵੇਚ ਦਿੱਤੀ ਹੈ, ਤੇ ਆਪਣੇ ਆਪ ਨੂੰ ਇਹਨਾਂ ਨੇ ਵੇਚ ਦਿੱਤਾ ਹੈ। ਮੈਂ ਤੁਹਾਨੂੰ ਇੱਕ ਗੱਲ ਇੱਥੇ ਵਾਅਦੇ ਤੌਰ 'ਤੇ ਕਹਿ ਦਿੰਦਾ, ਇਹਨਾਂ ਲੋਕਾਂ ਦਾ ਇਮਰਾਨ ਖਾਨ ਦੇ ਨਾਲ ਕੋਈ ਤਾਲੁਕ ਨਹੀਂ ਗਾ, ਇਹ ਗੱਲ ਮੇਰੀ ਲਿਖ ਲਓ। ਆਫਤਾਬ ਇਕਬਾਲ, ਸ਼ਹਬਾਜ਼ ਗਿੱਲ, ਮੋਈਦ ਪੀਰਜ਼ਾਦਾ, ਸਾਬਰ ਸ਼ਾਕਰ ਤੇ ਕਾਸਿਮ ਸੂਰੀ ਵਗੈਰਾ, ਇਹ ਜਿੰਨੇ ਵੀ ਬੈਠੇ ਨੇ ਨਾ, ਇਹ ਵਜਾਹਤ ਸਈਦ ਹੋ ਗਿਆ, ਠੀਕ ਹੈ, ਸਦੀਕ ਜਾਨ, ਇਹ ਸਾਰੇ ਆਪਣੀਆਂ ਕਮਾਈਆਂ ਕਰਦੇ ਨੇ, ਸਭ ਦੇ ਮਿਲੀਅਨਸ ਦੇ ਵਿੱਚ ਫਾਲੋਅਰ ਨੇ ਤੇ ਡਾਲਰ ਕਮਾ ਰਹੇ। ਇਹਨਾਂ ਦਾ ਇਮਰਾਨ ਖਾਨ ਦੇ ਨਾਲ ਕੋਈ ਤਾਲੁਕ ਨਹੀਂ ਗਾ, ਮੇਰੀ ਗੱਲ ਤੁਸੀਂ ਲਿਖ ਲਓ, ਠੀਕ ਹੈ। ਸਿਰਫ ਇਹ ਪਾਕਿਸਤਾਨ ਨੂੰ ਬਦਨਾਮ ਕਰ ਰਹੇ ਨੇ, ਫੰਡ ਲੈਂਦੇ ਪਏ ਨੇ ਪਾਕਿਸਤਾਨ ਦੇ ਦੁਸ਼ਮਣਾਂ ਕੋਲੋਂ, ਤੇ ਆਪਣਾ ਜਿਹੜਾ ਨਾ ਸਿਸਟਮ ਚਲਾ ਰਹੇ, ਹਰਾਮ ਖਾ ਰਹੇ ਨੇ ਆਪ ਵੀ, ਤੇ ਆਪਣੇ ਘਰ ਇਹਨਾਂ ਨੂੰ ਵੀ ਹਰਾਮ ਖਵਾਉਂਦੇ ਪਏ ਨੇ। ਤੇ ਇਹਨਾਂ ਨੂੰ ਬਹੁਤ ਬੁਰੀ ਸ਼ਿਕਸਤ ਹੋਈ ਹੈ, ਠੀਕ ਹੈ। ਈਰਾਨ ਵੀ ਪਾਕਿਸਤਾਨ ਆਇਆ, ਅਮਰੀਕਾ ਵੀ ਪਾਕਿਸਤਾਨ ਆਇਆ, ਤੇ ਇਹਨਾਂ ਨੂੰ ਇੰਨੀਆਂ ਜੁੱਤੀਆਂ ਵੱਜੀਆਂ ਨੇ ਕਿ ਤੁਹਾਡੀ ਸੋਚ ਹੋਏਗੀ ਕਿ ਇੰਨਾ ਇਹ ਜ਼ਲੀਲ ਹੋਏ ਨੇ। ਤੇ ਇਹ ਸਨ ਜਨਾਬ ਅੱਜ ਦੀਆਂ ਖਬਰਾਂ ਜਿਹੜੀਆਂ ਮੈਂ ਤੁਹਾਡੇ ਅੱਗੇ ਗੋਸ਼ਗੁਜ਼ਾਰ ਕਰ ਦਿੱਤੀਆਂ ਨੇ, ਤੇ ਇਨਸ਼ਾ ਅੱਲਾਹ ਤਾਲਾ ਜੋ ਹੀ ਹੋਰ ਕੋਈ ਅਪਡੇਟ ਹੁੰਦੀ ਹੈ ਤੇ ਫਿਰ ਤੁਹਾਡੇ ਖਿਦਮਤ 'ਚ ਪੇਸ਼ ਹੁੰਦੇ ਹਾਂ। ਇਸ ਨਾਰੇ ਦੇ ਨਾਲ ਆਪਣਾ ਵੀਲੌਗ ਖਤਮ ਕਰਨਾ ਕਿ ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਇਨਸ਼ਾ ਅੱਲਾਹ ਤਾਲਾ।